ਮਾਰਗਦਰਸ਼ਕ ਸੱਤਾ ਜਦੋਂ ਕਿਸੇ ਸਾਧਕ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੀ ਹੈ ਤਾਂ ਇਹ ਉਸ ਦੁਆਰਾ ਹੋਈਆਂ ਗਲਤੀਆਂ ਨੂੰ ਵੀ ਸੁਧਾਰਦੀ ਹੈ। ਸੁਰੱਖਿਆ ਅਤੇ ਨੁਕਸ ਸੁਧਾਰ ਇਸ ਵਿਵਸਥਾ ਦਾ ਨਾਮ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਚੇਤਨਾ ਦੀ ਸਿਖਰ ਯਾਤਰਾ 3। ਪੁਸਤਕ ਦੀ ਜਾਣਕਾਰੀ। ਮੌਜੂਦਾ ਪੁਸਤਕ ਵਿੱਚ ਲੇਖਕ ਨੇ ਯੁਗ ਰਿਸ਼ੀ ਆਚਾਰਿਆ ਸ਼੍ਰੀ ਦੇ ਜੀਵਨ ਦੀਆਂ ਲੀਲਾ ਪ੍ਰਸੰਗਾਂ ਦਾ ਵਰਣਨ ਕੀਤਾ ਹੈ। ਉਹ ਇਹ ਲਿਖਦੇ ਹਨ ਕਿ ਉਹਨਾਂ ਨੇ 16 ਸਾਲ ਦੀ ਉਮਰ ਵਿੱਚ ਕਲਮ ਚੁੱਕੀ। ਉਹਨਾਂ ਦੀ ਲੇਖਣੀ ਅਤੇ ਕਵਿਤਾ ਪਿੰਡ ਵਾਸੀਆਂ, ਆਸ਼ਰਿਤ ਦੇਸ਼ ਵਾਸੀਆਂ ਨੂੰ ਚੇਤਾਵਨੀਆਂ ਦਿੰਦੀ। ਉਹ 1939 ਤੋਂ 1940 ਤੱਕ ਸੈਨਿਕ ਸਮਾਚਾਰ ਦੇ ਕਾਰਜਕਾਰੀ ਸੰਪਾਦਕ ਰਹੇ। ਜਿਸ ਕੰਮ ਦੀ ਸ਼ੁਰੂਆਤ ਉਹਨਾਂ ਨੇ ਆਮਲ ਖੇੜਾ ਦੇ ਛੋਟੇ ਜਿਹੇ ਕਮਰੇ ਵਿੱਚ ਅਖੰਡ ਜੋਤੀ ਰਸਾਲੇ ਰਾਹੀਂ ਕੀਤੀ ਸੀ, ਉਹ ਇੱਕ ਠੋਸ ਸਥਾਪਨਾ ਵਜੋਂ ਵਧਿਆ ਅਤੇ ਮਥੁਰਾ ਅਤੇ ਹਰਿਦੁਆਰ ਵਿੱਚ ਉਹਨਾਂ ਦੇ ਰਹਿਣ ਦੌਰਾਨ ਗਾਇਤਰੀ ਪਰਿਵਾਰ ਦੀ ਸਥਾਪਨਾ ਦਾ ਮੂਲ ਆਧਾਰ ਬਣਿਆ। ਇਹ ਪੁਸਤਕ ਇਸ ਗੱਲ ਦੀ ਝਾਂਕੀ ਦਿੰਦੀ ਹੈ ਕਿ ਅੱਜ ਦਾ ਗਾਇਤਰੀ ਪਰਿਵਾਰ ਕਿੱਥੋਂ ਸ਼ੁਰੂ ਹੋਇਆ ਅਤੇ ਕਿਵੇਂ ਇਹ ਇੱਕ ਮਤਸਿਆ ਅਵਤਾਰ ਵਰਗਾ ਵਿਸ਼ਾਲ ਰੂਪ ਲੈ ਲਿਆ। ਪੁਸਤਕ ਦੇ ਕੁਝ ਅੰਸ਼। ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਭਗਵਾਨ ਆਪਣੀ ਸ੍ਰਿਸ਼ਟੀ ਨੂੰ ਉਦਾਸ ਸਥਿਤੀ ਵਿੱਚ ਨਹੀਂ ਰਹਿਣ ਦੇਵੇਗਾ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਸੰਕਟ ਅਤੇ ਭਰਮ ਹੋਰ ਤਿੱਖਾ ਹੋ ਜਾਵੇ ਅਤੇ ਨਵੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਪਰ ਅਸ਼ੁਭ ਪਰਛਾਵੇ ਜ਼ਿਆਦਾ ਦੇਰ ਨਹੀਂ ਰਹਿਣਗੇ। ਮੈਂ ਇਸ ਧਰਤੀ ਨੂੰ ਛੂਹਣ ਆਈ ਸੀ। ਇਸ ਧਰਤੀ ਤੋਂ ਜਮਾਤ ਸ਼ਕਤੀ ਨੂੰ ਬ੍ਰਹਮ ਵਿਦਿਆ ਅਤੇ ਭਵਿੱਖ ਵਿੱਚ ਉਜਵਲ ਜੀਵਨ ਦਾ ਸੰਦੇਸ਼ ਮਿਲੇਗਾ। ਗੁਰੂਦੇਵ ਅਤੇ ਮਾਤਾ ਜੀ ਨੇ ਕੁਝ ਨਹੀਂ ਕਿਹਾ, ਚੁੱਪ ਰਹੇ। ਕੁਝ ਪਲਾਂ ਬਾਅਦ ਗੁਰੂਦੇਵ ਨੇ ਆਪਣੇ ਸੱਜਾ ਹੱਥ ਥੋੜ੍ਹਾ ਜਿਹਾ ਉੱਚਾ ਕੀਤਾ, ਜਿਵੇਂ ਕਿਸੇ ਸਵਰ ਦਾ ਆਹਵਾਨ ਕਰ ਰਹੇ ਹੋਣ। ਜਿਵੇਂ ਹੀ ਉਹਨਾਂ ਨੇ ਆਪਣਾ ਹੱਥ ਉੱਚਾ ਕੀਤਾ, ਗਾਇਤਰੀ ਮੰਤਰ ਦੀ ਗੂੰਜ ਸੁਣਾਈ ਦਿੱਤੀ। ਲੱਗਾ ਜਿਵੇਂ ਕੋਈ ਜਾਪ ਕਰ ਰਿਹਾ ਹੋਵੇ। ਪਹਿਲਾਂ ਇੱਕ ਆਵਾਜ਼ ਸੁਣਾਈ ਦਿੱਤੀ, ਫਿਰ ਹੋਰ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ। ਇਸ ਤੋਂ ਬਾਅਦ ਹੋਰ ਆਵਾਜ਼ਾਂ ਉੱਠਣ ਲੱਗੀਆਂ। ਇੰਜ ਜਾਪਦਾ ਸੀ ਜਿਵੇਂ ਉਸ ਥਾਂ ਦਾ ਹਰ ਕਣ ਗਾਇਤਰੀ ਮੰਤਰ ਦਾ ਉਚਾਰਨ ਕਰਨ ਲੱਗ ਪਿਆ ਹੋਵੇ। ਸਾਰੀ ਰਾਤ ਜਾਗ ਰਿਹਾ ਸੀ ਕਿ ਜੇਕਰ ਗੁਰੂਦੇਵ ਸ਼ਾਂਤੀ ਕੁੰਜ ਤੋਂ ਚਲੇ ਗਏ ਤਾਂ ਮੈਂ ਵੀ ਉਹਨਾਂ ਦੇ ਪਿੱਛੇ ਚਲਾਂਗਾ। ਕੁਝ ਸਫਲਤਾ ਮਿਲੀ, ਪਰ ਉਹਨਾਂ ਦਾ ਪਿੱਛਾ ਨਹੀਂ ਕਰ ਸਕਿਆ। ਮੈਂ ਕੁਝ ਦੂਰ ਹੀ ਗਿਆ ਹੋਣਾ ਕਿ ਉਹ ਗੁਆਚ ਗਏ। ਫਿਰ ਘੰਟਿਆਂ ਬੱਧੀ ਖੋਜ ਕੀਤੀ, ਕੁਝ ਪਤਾ ਨਾ ਲੱਗਾ, ਫਿਰ ਵਾਪਸ ਆ ਗਏ। ਆਪਣੇ ਮਨ ਵਿੱਚ ਹੀਨਤਾ ਦੀ ਭਾਵਨਾ ਲਾਉਂਦੇ ਹੋ ਕਿ ਅਸੀਂ ਕੁਝ ਨਹੀਂ ਕਰ ਰਹੇ ਹਾਂ। ਅਸੀਂ ਦੇਸ਼ ਨਾਲੋਂ ਥੋੜ੍ਹੇ ਵੱਖਰੇ ਹਾਂ ਅਤੇ ਗੁਰੂਦੇਵ ਨੇ ਬਾਰ-ਬਾਰ ਕਿਹਾ ਹੈ ਕਿ ਭਾਰਤ ਸੰਸਾਰ ਦੀ ਰਚਨਾ ਵਿੱਚ ਮੋਹਰੀ ਸਥਾਨ ਪ੍ਰਾਪਤ ਕਰੇਗਾ। ਸੰਕਟਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਹੀ ਭਾਰਤ ਮਹਾਨ ਬਣ ਕੇ ਉਭਰੇਗਾ। ਚਿੰਤਾ ਨਾ ਕਰੋ ਮਾਤਾ ਜੀ। ਦੁਨੀਆ ਦੇ ਕਿਸੇ ਵੀ ਯੁੱਧ ਦੇ ਇਤਿਹਾਸ ਵਿੱਚ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਕਿਸੇ ਹਮਲੇ ਦੀ ਨਿਸ਼ਚਿਤ ਸੰਭਾਵਨਾ ਨੂੰ ਅਚਾਨਕ ਉਲਟ ਗਈ ਹੋਵੇ ਅਤੇ ਅੱਗੇ ਵਧੇ ਹੋਏ ਕਦਮ ਵਾਪਸ ਲੈ ਲਏ ਹੋਵੇ। 7ਵੇਂ ਵੇੜੇ ਦੇ ਅੱਜ-ਕੱਲ੍ਹ ਅਤੇ ਕੁਝ ਘੰਟਿਆਂ ਬਾਅਦ ਹੀ ਸਰਗਰਮ ਦਖਲ ਅੰਦਾਜ਼ੀ ਦੀਆਂ ਖਬਰਾਂ ਆਉਣੀਆਂ ਬੰਦ ਹੋ ਗਈਆਂ। ਅਗਲੇ ਦਿਨ ਅਚਾਨਕ ਪਤਾ ਲੱਗਾ ਕਿ 7ਵੇਂ ਵੇੜੇ ਨੇ ਆਪਣੀ ਦਿਸ਼ਾ ਬਦਲ ਲਈ ਹੈ। ਉਹ ਵਾਪਸ ਜਾ ਰਿਹਾ ਹੈ। ਪੁਸਤਕ ਦੇ ਕੁਝ ਬਿੰਦੂ। ਤਬਦੀਲੀ ਦਾ ਸੁਰਾਗ। ਪ੍ਰਾਣ ਸੁਰਜੀਤ ਸਤਰ ਅਫਰੀਕੀ ਦੇਸ਼ਾਂ ਵਿੱਚ ਘੋਸ਼ਣਾ। ਕੁੰਭ ਪਰਵ ਦਾ ਰਹੱਸ। ਲੜਕੀਆਂ ਦੀ ਦੈਵੀ ਜ਼ਿੰਮੇਵਾਰੀ। ਜਲ ਵਰਤ ਧੋਣ ਦਾ ਪ੍ਰਯੋਗ।